कोई खंडे तिखे कोई कृपान करूगा, कोई खंडे तिखे कोई कृपान करूगा। मैनू दिल्लीए इकट्ठ परेशान करूगा, तेरा फायदे नालों ज्यादा नुकसान करूगा। पर फसलों दे फैसले किसान करूगा, फसलों दे फैसले किसान करूगा। बस होश तो कम लियो, क्योंकि बड़े आउणगे इत्थे इन्हां कम्मां नूं खराब करन वाले, उन्हां कोले बड़े तरीके है, उन्हां कोले बड़ा पेपर वर्क है। इस करके होश इन्हां बुजुर्गां कोले है ते जोश जवानी कोले है। बस लाणेदारां नाल राय करके चलियो। बस 4-5 घंटियां दी वाट दिल्लीए, तैनू याद करवा देंगे औकात दिल्लीए। तेरी हिक उत्ते चढ़ के जयकारे लाउणगे, जयकारे लाउणगे। तेरी हिक उत्ते चढ़ के जयकारे लाउणगे। साडी हौसला अफजाई आसमान करूगा, तैनू दिल्लीए इकट्ठ परेशान करूगा। पर फसलों दे फैसले किसान करूगा, फसलों दे फैसले किसान करूगा। वाहिगुरू जी का खालसा, वाहिगुरू जी की फतेह। किसान एकता, किसान एकता, किसान एकता। मोदी सरकार, मोदी सरकार, मोदी सरकार। साडे हक, साडे हक। सो असीं सारे इस जगह ते इस टाइम मिलान इटली दी शहर दे विच इस करके इकट्ठे होए हैं कि जो साडे भरा, साडे माँ बाप भैन भरावां नूं जो पिछे मोदी सरकार ने जो 3 कानून बनाए हैं जो खेती के विरुद्ध हैं तो किसानों का वो डेथ वारंट है। किसानी खत्म हो जानी जो किसानों के मतलब जोड़े वो 3 कानून बनाए जो इन्होंने लागू कर दिते तो खेती खत्म हो जानी, बिल्कुल किसान खत्म हो जाएगा। किसान पहला ही एक खत्म होने सिरे ते बैठा है। इस करके जो इंडिया दे विच सारी ही किसानी, पूरे भारत की किसानी ने जो संघर्ष रंभिया है 2-2.5 महीने तो इस टाइम दिल्ली के बार्डर से कोई 18-20 दिन तो लगातार लोग बाहर ठंड के अपने बच्चों नूं लैके अपने
ਮਾਂ ਬਾਪ ਨੂੰ, ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ, ਭੈਣਾਂ ਭਰਾਵਾਂ ਨੂੰ ਜੋ ਬੈਠੇ ਹਨ, ਜੋ ਸਰਕਾਰ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ, ਅਸੀਂ ਉਹਨਾਂ ਦੇ ਹੱਕ ਵਿੱਚ ਜ਼ਿਮੀਂਦਾਰਾਂ ਦੇ ਪੋਤਿਆਂ ਤੇ ਜਿਵੇਂ ਕਿਸਾਨ ਦੇ ਪੁੱਤਰ ਹਾਂ। ਇਸ ਕਰਕੇ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਆਵਾਜ਼ ਉਠਾਉਣ ਲਈ ਆਏ ਹਾਂ ਕਿ ਸਾਡੇ ਹੱਕ ਸਾਨੂੰ ਦਿੱਤੇ ਜਾਣ। ਸਾਡੀਆਂ ਸਰਕਾਰਾਂ ਨੂੰ ਜਿਹੜੀ ਉਹ ਸ਼ਰਮ ਹੋਣੀ ਚਾਹੀਦੀ ਹੈ ਕਿ ਜੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਇੱਥੇ ਤੱਕ ਪਹੁੰਚਾਇਆ, ਤੁਸੀਂ ਉਹਨਾਂ ਦੇ ਢਿੱਡਾਂ ਤੇ ਲੱਤ ਮਾਰਨੀ ਚਾਹੁੰਦੇ ਹੋ। ਇਸ ਕਰਕੇ ਸਾਰੇ ਹੀ ਇਸ ਟਾਈਮ ਇੱਥੇ ਅਸੀਂ ਇਟਲੀ ਦੀ ਧਰਤੀ ਤੇ ਸਾਰੇ ਇਕੱਠੇ ਹੋਏ ਹਾਂ ਕਿ ਜੋ ਪਿੱਛੇ ਮੋਦੀ ਸਰਕਾਰ ਹੈ ਉਹ ਕਿਰਪਾ ਕਰਕੇ ਆਪਣੇ ਜਿਹੜੇ ਕਾਨੂੰਨ ਇਹ ਵਾਪਸ ਲਵੇ ਤੇ ਕਿਸਾਨਾਂ ਨੂੰ ਖੁਸ਼ੀ ਆਪਣੇ ਘਰ ਨੂੰ ਤੋਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਬੋਲੇ ਜਿੱਦਾਂ ਕਿ ਇਹ ਤਿੰਨ ਕਾਨੂੰਨ ਲਾਗੂ ਕੀਤੇ ਗਏ ਨੇ। ਪਹਿਲਾਂ ਸਾਡੇ ਕੁਝ ਸਟੇਟਾਂ ਦੇ ਵਿੱਚ ਜਿੱਦਾਂ ਬਿਹਾਰ, ਯੂਪੀ ਦੇ ਵਿੱਚ ਪਹਿਲਾਂ 2006 ਦੇ ਵਿੱਚ ਲਾਗੂ ਹੋ ਚੁੱਕੇ ਹਨ। ਉਹ ਆਣ ਕੇ ਜਿਹੜੇ ਭਈਏ ਦੱਸਦੇ ਹਨ ਕਿ 15 ਕਿੱਲੇ ਦੇ ਮਾਲਕ ਜਿਹੜੇ ਆਣ ਕੇ ਪੰਜਾਬ ਵਿੱਚ 4 ਕਿੱਲੇ ਵਾਲਿਆਂ ਕੋਲ ਦਿਹਾੜੀ ਲਾਉਂਦੇ ਆ, ਕਿਉਂਕਿ ਉੱਥੇ ਜੋ ਵੀ ਸਰਕਾਰੀ ਮੁੱਲ ਹੈਗਾ ਆ ਉਹ ਦਿੱਤਾ ਨਹੀਂ ਜਾਂਦਾ ਉਹਨਾਂ ਲੋਕਾਂ ਨੂੰ। ਪ੍ਰਾਈਵੇਟ ਖਰੀਦ ਹੁੰਦੀ ਹੈ। ਜਿਹੜੀ ਜਵਾਰ ਆ ਉਹ ਸਾਡੇ ਜੇ 1800 ਨੂੰ ਵਿਕਦੀ ਤੇ ਉੱਥੇ 900 ਨੂੰ, 700 ਨੂੰ, 600 ਤੱਕ ਵਿਕਦੀ ਆ। ਇਸ ਕਰਕੇ ਉਹ ਲੋਕ ਕਹਿੰਦੇ ਅਸੀਂ ਖਾਣ ਜੋਗਾ ਲਾਉਂਦੇ ਆਪਣੇ, ਬਾਕੀ ਉੱਦਾਂ ਹੀ ਛੱਡ ਕੇ ਉਹ ਪੰਜਾਬ ਕੰਮ ਕਰਨ ਵਾਸਤੇ ਹੁੰਦੇ। ਇਸ ਕਰਕੇ ਪੰਜਾਬੀਆਂ ਤੋਂ ਇਹ ਕਾਨੂੰਨ ਜੋ ਲਾਗੂ ਹੋ ਗਏ ਸਾਡੇ ਤੇ ਹੋ ਗਏ ਤਾਂ ਅਸੀਂ ਕਿੱਧਰ ਜਾਵਾਂਗੇ। ਇਸ ਕਰਕੇ ਸਾਰੇ ਹੀ ਭਾਰਤ ਦੇ ਕਿਸਾਨ ਇਹ ਸੰਘਰਸ਼ ਜਿਹੜਾ ਇਕੱਲਾ ਪੰਜਾਬ ਦਾ ਨਹੀਂ ਰਹਿ ਗਿਆ, ਸਾਰੇ ਭਾਰਤ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਛੋਟੇ ਵਰਗ ਦੇ ਲੋਕਾਂ ਦਾ ਹੈ। ਇਸ ਕਰਕੇ ਸਾਰੇ ਹੀ ਵੀਰਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਰਲ ਮਿਲ ਕੇ ਜਿਹੜੇ ਹੈਗੇ ਕਾਨੂੰਨ ਪਾਸ ਕੀਤੇ ਇਹਨਾਂ ਨੂੰ ਵਾਪਸ ਕਰਾਉਣ ਦੇ ਜ਼ੋਰ ਪਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜੋ ਕਿ ਆਪਣੇ ਸਭ ਨੂੰ ਪਤਾ ਹੀ ਹੈ, ਆਪਣੇ ਕਿਸਾਨਾਂ ਦੇ ਖਿਲਾਫ ਮੋਦੀ ਸਰਕਾਰ ਨੇ ਜਿਹੜੇ ਕਿ ਬਿੱਲ ਪਾਸ ਕੀਤੇ ਨੇ, ਇਹ ਬਿਲਕੁਲ ਗਲਤ ਆ। ਜੇ ਸਾਡੇ ਅਸੀਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਇਸ ਦਾ ਵਿਰੋਧ ਕਰਦਾ ਹਾਂ। ਦੁੱਖ ਲੈਣਾ ਇਹਦੇ ਤੇ ਆਪਾਂ ਸ਼ੇਅਰ ਕਰਾਂਗੇ। ਉਹ ਇਕੱਠੇ ਹੋ ਕੇ ਤੁਰ ਪਏ ਆ ਜੱਟ ਦਿੱਲੀਏ, ਨਹੀਂ ਦੇਖੀ ਚੱਲ ਪੈਂਦੀ ਕਿੱਦਾਂ ਧੱਕ ਦਿੱਲੀਏ। ਉਹ ਜੋ ਬੋਲੇ ਸੋਹਣੇ ਹਾਲ ਦੇ ਜਕਾਰੇ ਛੱਡ ਕੇ ਉਹ ਜਾਣੇ ਅੱਗੇ ਵੱਧਦੇ। ਉਹ ਸਦਾ ਆਪਣੇ ਹੱਕਾਂ ਲਈ ਆ ਕਿਸਾਨ ਲੜਦੇ, ਨਾ ਕਿਸੇ ਕੋਲੋਂ ਡਰਦੇ। ਉਹ ਕੀਤੇ ਆ ਤੂੰ ਬਿੱਲ ਜਿਹੜੇ ਪਾਸ ਸਰਕਾਰੇ ਨਹੀਂ, ਉਹ ਦੇਖੀ ਚੱਲ ਦਿੱਲੀਏ ਨਹੀਂ ਪੈਣੇ ਤੈਨੂੰ ਭਾਰੇ ਨਹੀਂ। ਉਹ ਕਿੰਨੇ ਤੂੰ ਬਦੋਛੇ ਸਿੰਘ ਜੇਲਾਂ ਵਿੱਚ ਤਾੜੇ ਨੇ, ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਗੋਲੀਆਂ ਨਾ ਮਾਰੇ ਨੇ। ਉਹ ਐ ਦਿੱਲੀ ਨਾਲ ਕਰਨ ਹਿਸਾਬਿਆ ਕੋਈ ਨਹੀਂ ਵਾਰਦਾਤ ਕਰਦੇ। ਉਹ ਸਦਾ ਆਪਣੇ ਹੱਕਾਂ ਲਈ ਆ ਕਿਸਾਨ ਲੜਦੇ, ਨਾ ਕਿਸੇ ਕੋਲੋਂ ਡਰਦੇ। ਉਹ 84 ਦੇ ਦੰਗਿਆਂ 'ਚ ਇੰਦਰਾ ਗਈ ਮਾਰੀ ਸੀ। ਉਹ ਲੱਗਦਾ ਏ ਮੋਦੀ ਹੁਣੇ ਆ ਗਈ ਤੇਰੀ ਵਾਰੀ ਬਈ। ਉਹ ਚਾਹ ਵੇਚਣੇ ਨਾ ਦੇਸ਼ ਦਾ ਹਿਸਾਬ ਕਰਦੇ। ਉਹ ਸਦਾ ਆਪਣੇ ਹੱਕਾਂ ਲਈ ਆ ਕਿਸਾਨ ਲੜਦੇ, ਨਾ ਕਿਸੇ ਕੋਲੋਂ ਡਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਲਾਮ ਅਲੈਕਮ, ਰਾਮ ਰਾਮ। Vorrei ringraziare tutti i miei compaesani che sono venuti qua in nome del Kisan per condividere il dolore e l'ingiustizia che sta avvenendo in India. Noi siamo qua per protestare contro il governo indiano perché le leggi che sono state emanate sono contro i diritti degli agricoltori. Le leggi che sono state emanate sono a favore delle multinazionali, delle cooperative che vogliono rendere l'agricoltura, il prezzo dell'agricoltura privata. Il governo indiano, Modi, è finanziato da Ambani e da Adani, i quali vorrebbero portare a privatizzare tutta l'agricoltura dell'India. Allora Ambani, l'obiettivo di Ambani e di altri multimiliardari è di monopolizzare l'agricoltura. Loro sono riusciti già a monopolizzare le linee telefoniche, ad esempio Jio, e vorrebbero mettere mano anche sugli agricoltori. Il problema è che l'agricoltura è la base dell'India e se si arrivasse a privatizzare i prezzi del grano, del mais, comporterebbe che io, piccolo contadino che ho il mio pezzo di terreno, non sarei capace di competere con le multinazionali. I nostri agricoltori si sono alzati dal Punjab e hanno deciso di fare una marcia verso Delhi dopo che non sono state ascoltate le loro proteste in Punjab. Quindi sono partiti per Delhi con una protesta pacifica e con loro si sono unite anche altre regioni pian piano, solo che il governo indiano, fascista e dittatoriale com'era,
ha deciso di bloccare le strade, scavando fossi sulle autostrade, mettendo blocchi di cemento e mettendo montagne di sabbia per non farci passare. Però ringrazio la volontà dei Panjabi, del Kisan, che con la loro forza di volontà e coraggio hanno spostato qualsiasi barriera e adesso sono là a Dili con code lunghe 30 km a protestare contro il governo indiano per ritirare le loro leggi che sono contro i diritti umani e agricoli. Modi, che è il presidente dell'India, è del partito BJP ed è finanziato anche dal partito RSS, che è un partito estremista. Il loro obiettivo è quello di eliminare le minoranze come i Sikh, i musulmani, con la loro legge che hanno fatto 360 a Jammu Kashmir. Il loro obiettivo dell'India, questa qua, è quella di eliminare le minoranze. Però il governo indiano non sa che nel Punjab sono nati tanti martiri e quindi noi combatteremo, e finché non ritireranno le loro leggi, noi combatteremo per i nostri diritti. Buongiorno a tutti, oggi siamo riuniti qua a Milano, vicino alla Piazza Duomo, siamo riuniti qua perché il governo indiano ha emanato delle leggi contro i contadini, che sono pro ai grandi agricoltori e alle grandi aziende che vogliono che le nostre terre vengano monopolizzate e non ci garantiscono neanche il prezzo minimo di quello che dobbiamo. È il nostro dovere avere il prezzo minimo, perché se non c'è un prezzo minimo tra 2 o 3 anni le grandi multinazionali diranno: io che il grano che te lo comprava a €1, vi faccio un esempio, a €1 al chilo, ve lo compra a 20 centesimi, perché non c'è un prezzo minimo. E questo, la legge ormai è stata emanata da 2 mesi, infatti in India, in America, in Germania, diciamo dappertutto dove c'è la comunità indiana ci sono le proteste contro queste leggi, perché questa legge qua è contro tutti i contadini e il contadino adesso è benestante in India, diciamo sono i più benestanti del Punjab e dell'Haryana, infatti li vogliono far diventare poveri perché il governo indiano è così, non sta capendo la situazione. Infatti tutta la Delhi è cerchiata ormai da 2 mesi da più di 1 milione di contadini che sono tutti riuniti lì per avere i loro diritti. Grazie mille. Speriamo che le proteste continuino e il governo indiano capisca che queste leggi qua devono essere abolite. Grazie. वाहिगुरू जी दा खालसा वाहिगुरू जी दी फतेह। जो बोले सो निहाल। साडी मोदी कोलों जी इक्को एक मंग है कि साडे किसानां ने कोई भी कानून पास करन नूं कहा नहीं और ना असी पास कराउणे आ। जिद्दां असी पहलां जींदे सीगे उदां ही जीना चाहुंदे आ। सानू किसी पार्टी नाल कोई मतलब नहीं हैगा, चाहे वो कांग्रेस होवे, चाहे वो बीजेपी होवे, चाहे आम आदमी पार्टी होवे, साडा किसी पार्टी नाल कोई लेना देना नहीं। साडे परिवार जिहड़े इंडिया दे विच बैठे आ इस टाइम धरनिਆਂ ਦੇ ਉੱਪਰ, ਉਹਨਾਂ ਦੇ ਬੱਚੇ ਬਾਹਰ ਇੱਥੇ ਕੰਮ ਕਰਕੇ ਆਪਣੇ ਘਰਦਿਆਂ ਦਾ ਢਿੱਡ ਭਰਦੇ ਆ ਤੇ ਮੋਦੀ ਕਹਿੰਦਾ ਵੀ ਇਹ ਵੱਡੀਆਂ ਗੱਡੀਆਂ ਕਿੱਥੋਂ ਲੈ ਕੇ ਆਉਂਦੇ ਆ। ਮਿਹਨਤ ਕਰਦੇ ਆ ਤਾਂ ਗੱਡੀਆਂ ਲੈ ਕੇ ਆਉਂਦੇ ਆ। ਮੋਦੀ ਨੇ ਨਹੀਂ ਸਾਨੂੰ ਕੁਝ ਵੀ ਦਿੱਤਾ, ਮੋਦੀ ਨੇ ਅੱਜ ਤੱਕ ਸਾਡੇ ਕੋਲੋਂ ਖੋਇਆ ਹੀ ਆ। ਇੰਨਾ ਨੁਕਸਾਨ ਸਾਨੂੰ ਪਹਿਲਾਂ ਨਹੀਂ ਕਦੇ ਵੀ ਹੋਇਆ ਜਦੋਂ ਦਾ ਦੇਸ਼ ਆਜ਼ਾਦ ਹੋਇਆ, पर जब दी मोदी सरकार आई है इन्हें हर बंदे का जीना हराम करता, चाहे वह बंदा पैसे वाला आ ते चाहे वह बंदा गरीब आ। ये ना किसी का नहीं लेना भी वह चाहे जेड़े मर्जी होण, पर वही गल है मोदी जी कहते हैं मैं देश नहीं बिकने दूंगा लेकिन खुद बेचूंगा क्योंकि पैसे मुझे चाहिए। मेरे पास पैसे नहीं हैं, मैंने उसको देने हैं, अडानी को, अंबानी को, जिसको भी देने हैं, ठीक है ना जी। पर असी इदां देश नहीं बिकन देंदे क्योंकि साडा देश है, मोदी दे प्यो दा नहीं हैगा, ना वो साड़ा कितों लैके आया। वाहिगुरू जी दा खालसा वाहिगुरू जी दी फतेह। वाहिगुरू जी का खालसा वाहिगुरू जी की फतेह। असी मोदी सरकार तो एक मंग करते हैं कि साडियां मंगां पूरियां कीतियां जाण। जिहड़े कानून किसी ने मंगे ही नहीं हजे तक वो सानू पास करन दा तो कोई मतलब ही नहीं। उहदे विच सानू लोड़ ही नहीं जिस चीज़ की, वो चीज़ साडे सिर दे उत्ते बदो बदी थोपी जा रही आ ते सानू इन्हां कानूनां तो रहत कीता जावे ते सानू साडियां जिहड़ियां भी साडियां प्रॉब्लमां सॉल्व करके सानू जिद्दां भी आ, क्योंकि सानू किसी चीज़ की लोड़ नहीं। असीं बहुत वधिया अपनी लाइफ कट रहे हैं। तुसीं जो भी फैसला लिया बिल्कुल गलत लिया, जिहड़ा कि पूरी वर्ल्ड दे विच किसी नूं मंजूर नहीं की तुहाडी गल। तुसीं जो भी करना चाहुंदे आ पहलां एक वारी किसी नाल सलाह करो। जे 4 अखर पढ़िया हुंदा तां तैनूं पता हुंदा भी असीं किद्दां करना ते किद्दां नहीं करना, ठीक है जी। ते चाह बेच के तां चलो ਇੱਥੇ तक जे तू पहुँच सकदा तां असीं तां बड़ी मेहनत करदे आ। चाह बेच के तू ਇੱਥੇ पहुँच सकदा, असीं तेरे लागे छागे भी नहीं हैदे है ना, ते तेरे तो भी असीं तां जा सकदे जिन्नी असीं मेहनत करदे आ, ठीक आ। ते साडे
ਜੋ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਸਾਨੂੰ ਕਿਸੇ ਚੀਜ਼ ਦੀ ਤੇਰੇ ਕੋਲੋਂ ਕੋਈ ਆਸ ਨਹੀਂ ਹੈਗੀ ਤੇ ਸਾਡੀ ਕੋਈ ਤੇਰੇ ਕੋਲ ਮੰਗ ਨਹੀਂ ਹੈਗੀ। ਇਹ ਤੋਂ ਬਿਨਾਂ ਕਿ ਸਾਨੂੰ ਕੋਈ ਕਿਸੇ ਕਾਨੂੰਨ ਦੀ ਲੋੜ ਨਹੀਂ ਹੈਗੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। किसान मजदूर एकता जिंदाबाद, किसान मजदूर एकता जिंदाबाद, किसान मजदूर एकता जिंदाबाद। मोदी पिता हाय हाय, मोदी पिता हाय हाय, मोदी आज मर गया मोदी पिता हाय हाय, मोदी पिता हाय हाय, मोदी पिता मर गया। वाहेगुरु जी का खालसा, वाहेगुरु जी की फतेह। सारे वीरां ते भैणां नूं इत्थे आउण दा बहुत बहुत पहलां तुहाडा धन्नवाद। तुहानूं सारिआं नूं पता ही है, दस्सण दी लोड़ नहीं है कि अज इत्थे क्यों इकट्ठे होए हैं। क्योंकि किसानां ते हो रहे तशद्दद, मोदी सरकार ने बहुत ही ज़्यादा जुल्म कर रही है किसानां दे उत्ते। जिहड़े 3 ऑर्डीनेंस इन्हां ने पास कीते हैं जो कि इंडिया दे विच बहुत वड्डे पद्धर ते जिहड़ा प्रोटेस्ट हो रहा है। तो सानू सारिआं नूं बहुत ही प्यार सत्कार दे नाल इत्थे असीं प्रोटेस्ट करना वै। तां जिद्दां कि इंडिया दे विच भी जिद्दां प्यार सत्कार ना हो रहा, हुल्लड़बाजी करन दी किसी नूं भी लोड़ नहीं गी। तां जो अग्गों भी जेकर कोई प्रोटेस्ट करना पवे तो सानू इटालियन गौरमेंट इदां ही टाइम दे सके। क्योंकि हुल्लड़बाजी करन दे नाल ओह साडी बेवकूफ़ी होगी, अग्गों टाइम नहीं सानू मिलूगा। तो बाकी जित असी सारी जित साडी हो चुकी है, सिर्फ एक अपनी ईगो करके जिहड़े कि वो अड़े हुए ने। मोदी सरकार सिर्फ अपनी ईगो नूं हट नहीं करन देना चाहती, बाकी वो सारा कुछ शर्तां मन्नी बैठे है सारियां, सिर्फ अपनी हार नहीं मनना चाहती, वो कबूल नहीं करना चाहते। एक बंदा हार जाता कह दिंदा हाँ भी मैं हार गया ठीक है, पर वो कहते मैं हार गया पर मैं हार मननी नहीं हैगी। तो दोस्तों ये सानू बहुत सत्कार प्यार सत्कार नाल चलना पैना। हो सकता लड़ाई होर लंबी चले अजे तक, टाइम लगूगा, पर जितांगे जरूर। आपां एक दिन टाइम आऊगा जितांगे जरूर, इन्हां नूं हरावांगे जरूर। अपने वीर भैन भरा कल जिद्दां परसों बदल पिया उत्थे बहुत ही बुरे हालात बन चुके थे, पर वो साडे सारे NRI वीरां दे साथ दे नाल उन्हां दे हौसले बहुत बुलंद हुंदे। जदों असी इत्थे प्रोटेस्ट बाहरलियां कंट्रियां च करदे हैं, ये सारे रिपोर्टां जांदियां उन्हां दे कोल, ते सानू बहुत लोड़ है। जिद्दां अज बहुत वड्डा इकट्ठ होया, ये रिपोर्ट जदों उन्हां तक पहुंचूगी तो उन्हां दा बहुत ज़्यादा हौसला वधूगा कि साडे बाहरले भरा साडे नाल खड़े ने। ते बाकी सारे वीरां नूं बेनती है बस यही हथ जोड़ के कि प्यार सत्कार नाल प्रोटेस्ट करो, हुल्लड़बाजी करन दी लोड़ नहीं। बस असीं एक इटालियन गौरमेंट नूं इटालियन लोकां नूं जागरूक करना वै कि असीं इत्थे किस विषय करके आए हैं, ठीक है ना जी। बाकी वाहिगुरू जी का खालसा, वाहिगुरू जी की फतेह। किसान मजदूर एकता, किसान मजदूर एकता। गोदी मीडिया, गोदी मीडिया, मोदी सरकार, मोदी सरकार, खट्टर सरकार, खट्टर सरकार। किसान एकता, किसान एकता, किसान एकता। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। इटली समूह संगत वालों असी मोदी सरकार नूं बेनती करते हाँ कि मोदी साहब अजे भी भगवत है कि सवेर का भुलिया शाम वापस आ जाए। भुलिया नहीं कहता, अजे भी तुसी गलती मान लो अपनी। तिन्ने बिल किसानों के माफ़ कर दो, नहीं कीते तो तुहाडा बुरा हाल होएगा। आने वाले समय पूरी संगत पूरे ना की आर्मी पुलिस पब्लिक टीचर और आज तुहाडी सरकार दे कुछ नुमाइंदे भी इस्तीफा देने तैयार हो चुके हैं। अजी तुहाडा मौका संभाल लो, चंगे रहोगे, नहीं तो आने वाला टाइम तो बहुत माड़ा है, तुसीं माड़ा वेखोगे। साड़ी पूरी संगत वालों इटली वालों यही बेनती है कि सिंघां दा मजदूरां जो भी 3 बिल पास वो ना कि रद्द किए जान। इन्नियां की बेनतियां प्रवान करो। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। ये जो तुसी आ किसानां दा, किसान वीरां दा, नौजवानां दा, सारे पंजाबी भरा साडे मिलान दी धरती ते इकट्ठे होके है असी जो प्रोटेस्ट कर रहे हैं। ये जो इंडिया दे विच जो मोदी सरकार ने साडे किसान वीरां दे उत्ते 3 जो आर्डीनेंस जारी कीते हैं वो किसान विरोधी बिल हैं।
ਉਹਨਾਂ ਦੇ ਖਿਲਾਫ ਜੋ 3 ਮਹੀਨਿਆਂ ਤੋਂ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਤੋਂ ਚੱਲ ਕੇ ਦਿੱਲੀ ਦੇ ਵਿੱਚ ਸਾਡੇ ਕਿਸਾਨ ਵੀਰ ਅੰਦੋਲਨ ਕਰ ਰਹੇ ਹਨ, ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਇਟਲੀ ਦੇ ਵਿੱਚ ਅਸੀਂ ਸਾਰੇ ਕਿਸਾਨਾਂ ਦਾ ਇਕੱਠ ਹੋਇਆ ਹੈ। ਸੋ ਅਸੀਂ ਉਹਨਾਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਦੇ ਵਿੱਚ ਅਸੀਂ ਪ੍ਰੋਟੈਸਟ ਇਸ ਇਟਾਲੀਅਨ ਸਰਕਾਰ ਦੇ ਰਾਹੀਂ ਅਸੀਂ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਭਰਾ ਹਿੰਦੁਸਤਾਨੀ ਹਨ, ਪੰਜਾਬੀ ਹਨ, ਉਸ 3 ਆਰਡੀਨੈਂਸਾਂ ਦੇ ਖਿਲਾਫ ਪਰਜੋਰ ਅਸੀਂ ਉਸ ਰਾਤ ਜੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਸ ਨੂੰ ਅਸੀਂ ਪਰਜੋਰ ਹਮਾਇਤ ਕਰਦੇ ਹਾਂ ਔਰ ਇਟਾਲੀਅਨ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਉਹ ਵੀ ਹਿੰਦੁਸਤਾਨ ਦੀ ਸਰਕਾਰ ਤੇ ਪ੍ਰੈਸ਼ਰ ਪਾ ਕੇ ਉਸ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਕੇ ਤੇ ਕਿਸਾਨਾਂ ਨੂੰ ਜੋ MSP ਦੀ ਮੰਗ ਹੈ ਜੋ ਯਕੀਨੀ ਬਣਾਈ ਜਾਵੇ, ਉਸ ਮੰਗ ਨੂੰ ਪੂਰਾ ਕੀਤਾ ਜਾਵੇ। ਸੋ ਇਸ ਸਮਰਥਨ ਦੇ ਵਿੱਚ ਸਾਰੇ ਹੀ ਇੱਥੇ ਪਹੁੰਚ ਰਹੇ ਵੀਰਾਂ ਦਾ ਜੋ ਪਹੁੰਚੇ ਹਨ, ਐਡੇ ਵੱਡੇ ਇਕੱਠ ਪਹੁੰਚੇ ਹਨ ਸਾਡੇ ਪੰਜਾਬੀ ਭਰਾ, ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਨੌਜਵਾਨਾਂ ਨੂੰ ਵੀਰਾਂ ਨੂੰ ਵੀ ਬੇਨਤੀ ਹੈ ਕਿ ਜਿੱਦਾਂ ਮੇਰੇ ਭਰਾ ਨੇ ਦੱਸਿਆ ਕਿ ਆਪਾਂ ਹੁੱਲੜਬਾਜ਼ੀ ਨਹੀਂ ਕਰਨੀ, ਤਾਂ ਕਿ ਸਾਨੂੰ ਅੱਗੇ ਵਾਸਤੇ ਵੀ ਜਦੋਂ ਕਦੇ ਪ੍ਰੋਟੈਸਟ ਕਰਨ ਦੀ ਮੰਗ ਅਸੀਂ ਰੱਖੀਏ ਸਰਕਾਰ ਅੱਗੇ, ਸਾਨੂੰ ਪ੍ਰੋਟੈਸਟ ਪੂਰਾ ਇਹ ਮੰਗ ਸਾਡੀ ਇਹ ਯਕੀਨੀ ਬਣਾਉਣ। ਸੋ ਸਾਰੇ ਇੱਥੇ ਪਹੁੰਚ ਰਹੇ ਸਾਰੇ ਵੀਰਾਂ ਦਾ ਜੋ ਪਹੁੰਚੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਪ੍ਰੋਟੈਸਟ ਵਾਸਤੇ ਆਏ ਹਾਂ, ਪਰ ਇਹ ਨਹੀਂਗਾ ਕਿ ਅਸੀਂ ਪ੍ਰੋਟੈਸਟ ਦੱਸਣਾ ਵਾ ਕੀ ਹੈ। ਪ੍ਰੋਟੈਸਟ ਦਾ ਤਾਂ ਸਾਰਿਆਂ ਲੋਕਾਂ ਨੂੰ ਆਪ ਹੀ ਪਤਾ ਵਾ, ਕਿਉਂਕਿ ਜਿਹੜਾ ਗੋਦੀ ਮੀਡੀਆ ਵਾ ਇਹ ਕਦੀ ਤਾਂ ਖਾਲਿਸਤਾਨੀਆਂ ਦਾ ਨਾਂ ਲਾ ਦਿੰਦਾ, ਕਦੀ ਮਾਓਵਾਦੀਆਂ ਦਾ ਨਾਂ ਲਾ ਦਿੰਦਾ, ਕਦੀ ਕੋਈ ਕਹਿ ਦਿੰਦਾ ਕਿ ਦਿੱਲੀ ਆਉਣ ਵਿੱਚ ਬੈਠੇ ਨੇ। ਪਰ ਅਸੀਂ ਉਹਦੇ ਲਈ ਨਹੀਂ ਬੈਠੇ, ਅਸੀਂ ਤਾਂ ਆਪਣੇ 3 ਜਿਹੜੇ ਇਹਨਾਂ ਨੇ ਲੇਜੇ ਗਲਤ ਬਣਾਏ ਨੇ ਕਿਸਾਨਾਂ ਦੇ ਖਿਲਾਫ ਨੇ, ਜਿਹਦੇ ਨਾਲ ਸਾਨੂੰ ਲੱਗਦਾ ਕਿ ਸਾਡੀ ਜ਼ਮੀਨ ਚਲੀ ਜਾਏਗੀ, ਸਾਨੂੰ ਫਸਲਾਂ ਦੇ ਰੇਟ ਨਹੀਂ ਮਿਲਣਗੇ। ਅਸੀਂ ਤਾਂ ਉਹ ਵਾਪਸ ਕਰਾਉਣ ਆਏ ਆ ਜਿਹੜੇ ਬਗੈਰ ਕਿਸੇ ਤੋਂ ਗੱਲ ਕੀਤਿਆਂ ਇਹਨਾਂ ਨੇ ਆਪਣੀ ਬਹੁਮਤੀ ਨਾਲ ਤਿਆਰ ਕੀਤੇ ਨੇ। ਅਬਾਨੀ ਤੇ ਅਡਾਨੀ ਕੋਲੋਂ ਪੈਸਾ ਲਾ ਕੇ ਉਹਨਾਂ ਦੇ ਅੰਦਰ ਰਹਿ ਕੇ ਇਹਨਾਂ ਨੇ ਜਿਹੜਾ ਸਾਰਾ ਕੁਝ ਕੀਤਾ ਸੀ ਤੇ ਉਹਦੇ ਖਿਲਾਫ ਬੋਲਣ ਆਏ ਆ। ਪਰ ਅਸੀਂ ਨਹੀਂ ਆਂਦੇ ਅਸੀਂ ਖਾਲਿਸਤਾਨੀ, ਅਸੀਂ ਨਹੀਂ ਆਂਦੇ ਅਸੀਂ ਮਾਓਵਾਦੀ ਆ। ਪਰ ਜਿਹੜੇ ਦਿੱਲੀ ਦੇ ਲੋਕ ਨੇ ਜੋ ਉੱਥੇ ਰਹਿ ਰਹੇ ਨੇ ਉਹ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਖਾਲਿਸਤਾਨ ਬਣਦਾ ਤੇ ਸਾਨੂੰ ਮਨਜ਼ੂਰ ਹੈ। ਉਹਨਾਂ ਨੇ ਵੇਖਿਆ ਕਿ ਇੰਨਾ ਸ਼ਾਂਤਮਈ ਕੋਈ ਕੁਛ ਨਹੀਂਗਾ, ਹਰ ਇੱਕ ਨੂੰ ਖਾਣ ਲਈ ਮਿਲਦਾ, ਕੋਈ ਕਿਸੇ ਗਰੀਬ ਤੋਂ ਆਇਆ ਜੋ ਆਉਂਦਾ ਵਾ ਜਿਹੜਾ ਉਸਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਮੁਜ਼ਾਹਰੇ ਵਿੱਚ ਨਹੀਂ ਆਇਆ ਤੈਨੂੰ ਨਹੀਂ ਮਿਲੇਗਾ। ਲੋਕਾਂ ਦੇ ਸਗੋਂ ਘਰ ਘਰ ਜਾ ਕੇ ਜਿਹੜੇ ਗਰੀਬ ਹਨ ਸ਼ਾਮ ਨੂੰ ਉਹਨਾਂ ਨੂੰ ਖਾਣਾ ਮਿਲਦਾ ਵਾ। ਇਹ ਕਰਕੇ ਅਸੀਂ ਤਾਂ ਸ਼ਾਂਤਮਈ ਸੀਗੇ ਤੇ ਸ਼ਾਂਤਮਈ ਰਵਾਂਗੇ, ਤਾਂ ਇੱਥੇ ਵੀ ਸ਼ਾਂਤਮਈ 'ਚ ਹੀ ਆਏ ਆ। ਇਸ ਲਈ ਨਾ ਤਾਂ ਅਸੀਂ ਖਾਲਿਸਤਾਨੀ ਆ, ਨਾ ਅਸੀਂ ਮਾਓਵਾਦੀ ਆ, ਨਾ ਕਿਸੇ ਚੀਜ਼ ਦੇ ਖਿਲਾਫ ਆ। ਅਸੀਂ ਤਾਂ ਆਪਣੇ ਲਹਿਜਿਆਂ ਦੇ ਆਧਾਰ ਤੇ ਆਏ ਆ। ਜੇ ਇਹਨਾਂ ਲਹਿਜਿਆਂ ਦੇ ਨਾਲ ਹੀ ਮੋੜਨ ਤੇ ਸਾਨੂੰ ਖਾਲਿਸਤਾਨ ਦਾ ਨਾਅਰਾ ਵਾ ਤੇ ਸਾਡੇ ਵੱਲੋਂ ਫਿਰ ਖਾਲਿਸਤਾਨ ਦਾ ਵੀ ਨਾਅਰਾ ਸਹੀ ਹੈ। ਇਸ ਲਈ ਅਸੀਂ ਨਹੀਂ ਮੰਗਦੇ। ਤਾਂ ਹੁਣ ਲੋਕ ਜਿਹੜੇ ਰਲ ਕੇ ਜਾਟ ਨੇ ਰਾਜਸਥਾਨ ਦੇ ਨੇ ਉਹਨਾਂ ਕੋਲੋਂ ਤੁਸੀਂ ਆਪ ਹੀ ਸੁਣ ਲਿਆ ਕਿ ਉਹ ਆਂਦੇ ਨੇ ਕਿ ਜੇ ਖਾਲਿਸਤਾਨ ਇੱਦਾਂ ਬਣਦਾ ਤੇ ਸਾਨੂੰ ਤੇ ਉਹ ਸਭ ਤੋਂ ਵਧੀਆ ਵਾ। ਅਸੀਂ ਇਹੀ ਚਾਹੁੰਦੇ ਆ ਕਿ ਮੋਦੀ ਛੇਤੀ ਤੋਂ ਛੇਤੀ ਇਹ ਜਿਹੜੇ 3 ਲਹਿਜੇ ਨੇ ਇਹਨਾਂ ਨੂੰ ਖਤਮ ਕਰੇ ਤੇ ਦੁਨੀਆ ਨੂੰ ਉਹਨਾਂ ਦਾ ਹੱਕ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਰੇ ਆਏ ਵੀਰਾਂ ਭਰਾਵਾਂ ਭੈਣਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਤੇ ਦੂਸਰਾ ਇੱਥੇ ਜਿਹੜਾ ਆਪਾਂ ਪ੍ਰੋਟੈਸਟ ਕਰ ਰਹੇ ਆ ਇਹ ਕੋਈ ਸਾਡਾ ਵੱਖਵਾਦੀਆਂ ਵਾਲਾ ਅੱਤਵਾਦੀਆਂ ਵਾਲਾ ਪ੍ਰੋਟੈਸਟ ਨਹੀਂ ਗਾ ਜਾਂ ਨਾ ਖਾਲਿਸਤਾਨੀਆਂ ਵਾਲਾ ਵਾ। ਇਹ ਸਾਡਾ ਜਿਹੜਾ ਪ੍ਰੋਟੈਸਟ ਆ ਇਹ ਇੱਕ ਸਿਰਫ ਜਿਹੜਾ ਸਾਡੇ ਦੇਸ਼ ਦਾ ਅੰਨਦਾਤਾ ਕਿਸਾਨ ਆ ਉਸ ਦੇ ਵਾਸਤੇ ਪ੍ਰੋਟੈਸਟ ਕੀਤਾ ਜਾ ਰਿਹਾ, ਕਿਉਂਕਿ ਸਾਨੂੰ ਬਹੁਤ ਨਾਵਾਂ ਦੇ ਨਾਲ ਭੰਡਿਆ ਗਿਆ ਕਿ ਅਸੀਂ ਖਾਲਿਸਤਾਨੀ ਆ, ਅਸੀਂ ਅੱਤਵਾਦੀ ਆ। ਪਰ ਕੁਛ ਨਹੀਂ, ਜਿਹੜਾ ਸਾਡੇ ਵੀਰ ਭੈਣ ਭਰਾ ਬੈਠੇ ਨੇ ਦਿੱਲੀ ਬੈਠੇ ਨੇ, ਪਹਿਲੋਂ ਪੰਜਾਬ ਦੇ ਵਿੱਚ 3 ਮਹੀਨੇ ਤੋਂ ਉਹਨਾਂ ਨੇ ਮੋਰਚਾ ਲਾਇਆ, ਉਹ ਕਿਸੇ ਗੌਰਮੈਂਟ ਦੇ ਕੰਨਾਂ ਤੇ ਜੂਨ ਨਹੀਂ ਸਰਕੀ। ਤੇ ਹੁਣ ਉਹਨਾਂ ਨੇ ਜਿਹੜਾ ਦਿੱਲੀ ਜਾ ਕੇ 14-15 ਦਿਨ ਤੋਂ ਠੰਡ ਦੇ ਵਿੱਚ ਟਰਾਲੀਆਂ ਦੇ ਥੱਲੇ ਸੜਕਾਂ 'ਤੇ ਸੁੱਤੇ ਆ। ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਕਿਸਾਨ ਆ, ਬਾਕੀ ਗੱਲਾਂ ਬਾਅਦ ਦੇ ਵਿੱਚ ਆ। ਇਸ ਕਰਕੇ ਅਸੀਂ ਇੱਥੇ ਪ੍ਰੋਟੈਸਟ ਵਾਸਤੇ ਆਏ ਆ। ਇਸ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਮੋਦੀ ਸਰਕਾਰ, ਮੁਰਦਾਬਾਦ ਮੋਦੀ ਸਰਕਾਰ, ਮੁਰਦਾਬਾਦ ਮੁਰਦਾਬਾਦ। ਮੋਦੀ ਮੀਡੀਆ ਮੁਰਦਾਬਾਦ, ਮੋਦੀ ਮੀਡੀਆ ਮੁਰਦਾਬਾਦ, ਮੋਦੀ ਮੀਡੀਆ ਮੁਰਦਾਬਾਦ, ਖੱਟੜ ਸਰਕਾਰ ਮੁਰਦਾਬਾਦ, ਖੱਟੜ ਸਰਕਾਰ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਅੱਗੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਿਦੇਸ਼ ਦੀ ਧਰਤੀ ਇਟਲੀ ਦੇ ਵਿੱਚ ਮਿਲਾਨ ਸ਼ਹਿਰ ਦੇ ਵਿੱਚ ਅੰਬੈਸੀ ਦੇ ਸਾਹਮਣੇ ਜੋ ਹਿੰਦੁਸਤਾਨ ਦੇ ਵਿੱਚ ਮੋਦੀ ਕਾਲਾ ਕਾਨੂੰਨ ਲੈ ਕੇ ਆਇਆ ਉਹਦੇ ਵਾਸਤੇ ਅਸੀਂ ਰੋਸ ਪ੍ਰੋਟੈਸਟ ਕਰਨ ਵਾਸਤੇ ਸਾਰੇ ਵੀਰ ਭਰਾ ਇਕੱਤਰਤ ਹੋਏ ਆ। ਇੱਥੇ ਸੈਂਕੜਿਆਂ ਦੇ ਵਿੱਚ ਇੱਥੇ ਨੌਜਵਾਨ ਪਹੁੰਚੇ ਨੇ, ਪੰਜਾਬੀ ਪਹੁੰਚੇ ਨੇ।
ਆਪਾਂ ਇਹ ਆਵਾਜ਼ ਹਿੰਦੁਸਤਾਨ 'ਚ ਪਹੁੰਚਾਉਣੀ ਚਾਹੁੰਦੇ ਆ। ਮੋਦੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮੋਦੀ ਹਰ ਦੇਸ਼ 'ਚ ਤੇਰਾ ਵਿਰੋਧ ਹੋ ਰਿਹਾ, ਤੈਨੂੰ ਇਹ ਕਾਲੇ ਕਾਨੂੰਨ ਜਿਹੜੇ ਕੈਂਸਲ ਕਰ ਦੇਣੇ ਚਾਹੀਦੇ ਨੇ। ਆਪਾਂ ਸੋਸ਼ਲ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ, ਵਰਲਡ ਦੇ ਵਿੱਚ ਖਬਰਾਂ ਪਹੁੰਚਾ ਰਹੇ ਨੇ, ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਆ ਕਿ ਆਪਾਂ ਸਾਰਿਆਂ ਨੇ ਅਰਦਾਸ ਕਰਨੀ ਆ ਕਿ ਜਿਹੜੇ ਕਿਸਾਨ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਰਹੇ, ਉਹਨਾਂ ਦੇ ਹੌਸਲੇ ਬੁਲੰਦ ਲੈਣ। ਮੋਦੀ ਅਸੀਂ ਉਸ ਕੌਮ ਦੇ ਵਾਰਸ ਹਾਂ ਜਿਨ੍ਹਾਂ ਨੇ ਇੱਟ ਨਾਲ ਇੱਟ ਖੜਕਾਤੀ, ਅਸੀਂ 19 ਵਾਰ ਦਿੱਲੀ ਜਿੱਤੀ ਸੀ। ਆਪਾਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਤੂੰ ਸਾਡੇ ਹੌਸਲਿਆਂ ਨੂੰ ਜੇ ਤੂੰ ਨਾ ਕਰੇਗਾ, ਇਹ ਬਹੁਤ ਕੁਝ ਗਲਤ ਕਹਿ ਰਹੇ ਨੇ। ਇਹ ਕਦੀ ਕੋਈ ਇਲਜ਼ਾਮ ਲਾ ਰਹੇ ਨੇ, ਕਦੀ ਕਹਿ ਰਹੇ ਖਾਲਿਸਤਾਨ ਦੇ ਨਾਰੇ ਲਾਈ ਜਾਂਦੇ ਨੇ, ਕਦੀ ਕਹਿ ਰਹੇ ਇਹਨਾਂ ਨੂੰ ਚਾਈਨਾ ਤੋਂ ਪਾਕਿਸਤਾਨ ਤੋਂ ਪੈਸੇ ਆ ਰਹੇ ਨੇ। ਇਦਾਂ ਦੀ ਕੋਈ ਗੱਲ ਨਹੀਂ। ਇਹ ਪੰਜਾਬ ਦੇ ਭੋਲੇ ਭਾਲੇ ਕਿਸਾਨ ਨੇ ਸ਼ਾਂਤਮਈ ਉੱਥੇ ਦਿੱਲੀ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪਰ ਮੋਦੀ ਇਹਨਾਂ ਨੂੰ ਇੰਨੇ ਵੀ ਭੋਲੇ ਨਾ ਸਮਝੀ, ਜੇ ਤੂੰ ਇਹ ਕਾਲੇ ਕਾਨੂੰਨ ਨਾ ਕੈਂਸਲ ਕੀਤੇ, ਸਿਆਣੇ ਆਂਦੇ ਜੇ ਘਿਓ ਸਿੱਧੀ ਉਂਗਲ ਨਾ ਨਿਕਲੇ ਉਂਗਲ ਟੇਢੀ ਕਰ ਲੈਣੀ ਚਾਹੀਦੀ। ਜੇ ਉਂਗਲ ਸਾਡੀ ਟੇਢੀ ਹੋ ਗਈ, ਮੋਦੀ ਤੇਰਾ ਤਖਤਾ ਪਲਟ ਕੇ ਰੱਖ ਦੇਣਗੇ ਸਾਰੇ। ਆਪਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਮੋਦੀ ਨੂੰ ਇਹ ਚਾਹੀਦਾ ਵਾ ਕਿ ਇਹ ਕਾਨੂੰਨ ਕੈਂਸਲ ਕਰ ਦੇਣੇ ਚਾਹੀਦੇ ਆ, ਸਾਡੇ ਹੱਕ ਸਾਨੂੰ ਵਾਪਸ ਮਿਲਣੇ ਚਾਹੀਦੇ ਆ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ, ਕਿਸਾਨ ਏਕਤਾ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਛੋਟੀ ਜੀ ਕਵਿਤਾ ਮੈਂ ਪੇਸ਼ ਕਰਨੀ ਚਾਹੁੰਦਾ ਤੁਹਾਡੇ ਚਰਨਾਂ ਦੇ ਵਿੱਚ। ਉਹ ਕੰਮ ਜਨਾਨੀਆਂ ਦਾ ਡਾਹ ਕੇ ਚਰਖਾ ਕੱਤਣਾ ਪੂਣੀਆਂ, ਉਹ ਗਾਂਧੀ ਚਰਖੇ ਨਾਲ ਨਹੀਂ ਹੋਈ ਸੀ ਆਜ਼ਾਦ ਦੁਨੀਆ। ਉਹ ਜਾ ਕੇ ਵੇਖੋ ਹਾਲ ਪਿੰਡ ਖੜਕ ਕਲਾਂ ਦਾ, ਜਿਹਦੇ ਵਿਹੜੇ ਤੇ ਗਲੀਆਂ ਪਈਆਂ ਨੇ ਸੁੰਨੀਆਂ। ਨਾ ਆਉਂਦਾ ਖੁੱਲ੍ਹ ਕੇ ਜ਼ਿਕਰ ਅੱਗੇ ਉਹਨਾਂ ਦਾ, ਜਿਹੜੇ ਜਾਨ ਦੇਸ਼ ਤੇ ਕੌਮ ਉੱਤੋਂ ਵਾਰ ਗਏ। ਕਦੇ ਕਦੇ ਪੈਦਾ ਹੁੰਦੇ ਨੇ ਸੂਰਮੇ, ਜੋ ਲੰਡਨ ਵਿੱਚ ਜਾ ਕੇ ਅਡਵੈਰ ਨੂੰ ਮਾਰ ਗਏ। ਅਸੀਂ ਭੁੱਲੇ ਸੰਦੇਸ਼ ਭਗਤ ਸਿੰਘ ਦਾ, ਤੇ ਕੁਰਬਾਨੀਆਂ ਗੁਰਾਂ ਦੀਆਂ ਭੁੱਲ ਰਹੇ। ਮੱਥਾ ਟੇਕਣਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਅੱਗੇ ਦੇਹ ਧਾਰੀਆਂ ਦੇ ਪੈਰੀ ਹੱਥ ਲਾ ਰਹੇ। ਅੱਖਾਂ 'ਚੋਂ ਨੀਰ ਵਹਿ ਤੁਰਦਾ, ਉਹ ਦੇਖ ਸੜਕਾਂ ਦੇ ਉੱਤੇ ਰੁਲਦਾ ਕਿਸਾਨ ਕੁੜੇ। ਉਹ ਤੂੰ ਕਦੋਂ ਮਰੇਗਾ ਮੋਦੀਆ, ਤੇਰੀ ਆਏ ਹਾਂ ਦੇਣ ਮਕਾਨ ਖੜੇ। ਉਹ ਹੋਰ ਹੋਣੇ ਜੋ ਤੂੰ ਦੱਬੇ, ਇੱਥੇ ਆ ਪੰਜਾਬ ਦੇ ਜੱਟ ਤੇ ਨਾਲ ਹਰਿਆਣੇ ਦੇ ਜਾਟ, ਨਾਲ ਰਲ ਗਏ ਦੇਸ਼ ਦੇ ਹੋਰ ਕਈ ਸੂਬੇ। ਇੱਥੇ ਆ ਪੰਜਾਬ ਦੇ ਜੱਟ ਤੇ ਨਾਲ ਹਰਿਆਣੇ ਦੇ ਜਾਟ, ਤੇ ਨਾਲ ਰਲ ਗਿਆ ਦੇਸ਼ ਦੇ ਹੋਰ ਕਈ ਸੂਬੇ। ਉਹ ਤੈਨੂੰ ਹੋਇਆ ਹੰਕਾਰ, ਤੂੰ ਚਲਾਵੇਂ ਸਰਕਾਰ। ਉਹ ਡੰਡਾ ਵਹਿਮ ਤੇਰੇ ਵਾਲਾ ਛੇਤੀ ਡੁੱਕ ਦਿਆਂਗੇ। ਗੱਲ ਵਿਰਕਾਂ ਦਾ ਮੁੰਡਾ ਸੱਚ ਕਹੇ, ਆਉਣ ਵਾਲੇ 2022 ਦੇ ਇਲੈਕਸ਼ਨਾਂ 'ਚ ਤੇਰੇ ਗੱਠ ਜੋੜ ਵਾਲੇ ਘੜੇ ਤੋਂ ਕੌਲਾ ਚੱਕ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਾਰੇ ਜਣੇ ਇਕੱਠੇ ਹੋਏ ਹਾਂ ਮਿਲਾਨ ਦੇ ਵਿੱਚ, ਸਿਰਫ ਆਪਣੇ ਕਿਸਾਨਾਂ ਦੇ ਲਈ। ਸਾਡੇ ਮਾਂ ਪਿਓ, ਸਾਡੇ ਭੈਣ ਭਰਾ ਸਾਰੇ ਉੱਥੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਦੇ ਜਾਂਦੇ ਨੇ। ਉਹਨਾਂ ਦੇ ਨਾਲ ਰਲ ਕੇ ਅਸੀਂ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਅਗਰ ਅਸੀਂ ਬਾਹਰ ਹਾਂ, ਬਾਹਰਲੇ ਮੁਲਕ ਵਿੱਚ ਆਏ ਹਾਂ, ਤਾਂ ਅਸੀਂ ਉਹਨਾਂ ਤੋਂ ਅਲੱਗ ਨਹੀਂ ਹਾਂ। ਇੱਥੇ ਆ ਕੇ ਵੀ ਅਸੀਂ ਉਹਨਾਂ ਦੇ ਹੱਕਾਂ ਲਈ ਖੜਾਂਗੇ, ਤਾਂ ਕਿ ਉਹਨਾਂ ਦੀ ਜਿਹੜੀ ਉੱਥੋਂ ਦੀ ਗੌਰਮੈਂਟ ਆ ਉਹਨਾਂ ਨੂੰ ਵੀ ਅਕਲ ਆ ਸਕੇ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਨਹੀਂ, ਪੂਰੇ ਇੰਡੀਆ ਦੇ ਕਿਸਾਨ ਹੀ ਲਈ ਜਿਹੜੇ 20-20 ਸਾਲ ਪਹਿਲਾਂ ਬਾਹਰ ਆ ਚੁੱਕੇ ਨੇ, ਉਹ ਵੀ ਉਹਨਾਂ ਦੇ ਹੱਕਾਂ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਏ ਨੇ। ਅੱਜ ਉਹ ਉਹਨਾਂ ਨੂੰ ਕਦੇ ਕੋਈ ਦੱਸਦੇ ਨੇ ਅੱਤਵਾਦੀ ਦੱਸਦੇ ਨੇ, ਕੋਈ ਖਾਲਿਸਤਾਨੀ ਦੱਸਦੇ ਨੇ, ਪਰ ਇਹ ਸਾਰੀਆਂ ਚੀਜ਼ਾਂ ਗਲਤ ਨੇ। ਕਿਉਂਕਿ ਅਗਰ ਉਹ ਅੱਤਵਾਦੀ ਹੁੰਦੇ ਤਾਂ ਉਹਨਾਂ ਨੇ ਬਹੁਤ ਹੀ ਦੂਜੀ ਤਰ੍ਹਾਂ ਦਾ ਤਰੀਕਾ ਉਹਨਾਂ ਦੇ ਨਾਲ ਅਪਣਾਉਣਾ ਸੀਗਾ, ਤੇ ਹੁਣ ਨੂੰ ਉਹਨਾਂ ਨੇ ਜਿੱਤ ਹਾਸਲ ਕਰ ਲਈ ਹੋਣੀ ਸੀਗੀ, ਜਿਹੜੇ ਕਿ ਉਹਨਾਂ ਦੇ ਵਿਚਾਰ ਸੀਗੇ। ਪਰ ਕੀ ਹੋਇਆ ਕਿ ਅੱਜ ਉਹ ਪਿਆਰ ਦੇ ਨਾਲ ਖੜੇ ਨੇ ਉੱਥੇ, ਤੇ ਅਸੀਂ ਵੀ ਇੱਥੇ ਉਹਨਾਂ ਦੀ ਹੈਲਪ ਦੇ ਲਈ ਪਿਆਰ ਦੇ ਨਾਲ ਖੜੇ ਹੋਏ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਰੀ ਗੌਰਮੈਂਟ ਉਹਨਾਂ ਦੀ ਪਿਆਰ ਦੇ ਨਾਲ ਉਹਨਾਂ ਦੀਆਂ ਮੰਗਾਂ ਨੂੰ ਕਬੂਲ ਕਰੇ, ਤਾਂ ਕਿ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਮਿਲ ਸਕਣ। ਉਹ ਰੋਲਦੇ ਨੇ ਉੱਥੇ, ਧੱਕੇ ਖਾਂਦੇ ਨੇ ਸੜਕਾਂ ਦੇ ਉੱਪਰ, ਠੀਕ ਹੈ, ਸਿਰਫ ਆਪਣੇ ਇਸ ਕਰਕੇ ਕਿ ਅਸੀਂ ਆਪਣੇ ਵਧੀਆ ਤਰੀਕੇ ਦੇ ਨਾਲ ਖੇਤੀਬਾੜੀ ਦੇ ਵਿੱਚੋਂ ਜੋ ਕਮਾਈ ਕਰਦੇ ਹਾਂ ਉਹਦੇ ਨਾਲ ਆਪਣਾ ਘਰ ਪਰਿਵਾਰ ਨੂੰ ਪਾਲ ਸਕੀਏ। ਪਰ ਗੌਰਮੈਂਟ ਉਹਨਾਂ ਤੋਂ ਬਿਲਕੁਲ ਹੀ ਉਲਟ ਜਾ ਰਹੀ ਹੈ। ਉਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਹੱਕਾਂ ਦੀਆਂ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਕਬੂਲ ਕੀਤਾ ਜਾਵੇ। ਅਸੀਂ ਵੀ ਅੱਜ ਉਹਨਾਂ ਦੇ ਨਾਲ ਕਿੱਥੇ ਖੜੇ ਹੋਏ ਹਾਂ ਤੇ ਪ੍ਰੋਟੈਸਟ ਕਰਨ ਆਏ ਹਾਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪੁੱਤਰ ਕੁੱਕੜ ਦਾ Allora, buongiorno a tutti, sono Simran. Adesso siamo qua in Piazza della Scala. Il motivo di questa manifestazione è che noi siamo anti nuova legge di Modi,
lui che ci sta togliendo il minimo prezzo e vuole vendere le nostre terre ai multinazionali e noi non possiamo lasciarlo essere. Ci siamo riuniti qua per manifestare, protestare contro le nuove leggi di India, di Modi che ci stanno portando via i nostri diritti umani. Ci sta portando via per ciò che siamo nati, per ciò che siamo cresciuti e vuole venderlo alle multinazionali che ciò che ottengono è solo soldi e noi non lavoriamo, non abbiamo mai lavorato per i soldi ma per guadagnare il rispetto delle altre persone, per dargli da mangiare il giorno prossimo e per mandare avanti la nostra cultura, perché gli agricoltori sono la nostra cultura di Punjab, dell'India e di quasi tutto il mondo. Siamo riuniti qua perché il media non ci sta parlando di questo riguardo, non ci definisce come protestanti che stanno lottando per il diritto umano, ma ci chiama i terroristi, ci chiama quelli che sono antinazionalisti e questo non è giusto. Per quello siamo riuniti qua a Milano, come ci sono riuniti tanti fratelli nostri e sorelle in tutto il mondo, nelle varie città dell'Inghilterra, di America, del Canada, per protestare, per far sentire la nostra voce, perché insieme siamo una voce contro queste nuove leggi e vogliamo che le revoca. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਸਿੱਖ ਜੋ ਵੀ ਸਾਡੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਇੰਡੀਆ ਦੇ ਕੁੱਲ ਫਾਰਮਰ, ਅਸੀਂ ਸਾਰੇ ਉਹਨਾਂ ਦੇ ਨਾਲ, ਅਸੀਂ ਮਿਲਾਨ ਇਟਲੀ ਤੋਂ ਬੋਲਦੇ ਪਏ ਆ, ਸਾਡੀ ਸਾਰਿਆਂ ਦੀ ਉਹਨਾਂ ਨੂੰ ਫੁੱਲ ਸਪੋਰਟ ਹੈ। ਅਸੀਂ ਜਿੱਤ ਕੇ ਜਾਵਾਂਗੇ। ਇਹ ਮੋਦੀ ਬਹੁਤ ਹੀ ਗਲਤ ਕਰ ਰਿਹਾ। ਮੋਦੀ ਨੂੰ ਚਾਹੀਦਾ ਆਪਣੇ ਬਿੱਲ ਵਾਪਸ ਲਵੇ ਤੇ ਸਾਰੇ ਕਿਸਾਨਾਂ ਨੂੰ ਉਹਨਾਂ ਦੇ ਅਧਿਕਾਰ ਦੇਵੇ। ਇਹ ਬਹੁਤ ਗਲਤ ਹੋ ਰਿਹਾ। ਸਾਡੀ ਜਿਹੜੀ ਸਰਕਾਰ ਹੈ ਉਹ ਅੰਬਾਨੀ ਅਡਾਨੀ ਦੇ ਪੋਤੇ ਪੋਤਰੀਆਂ ਤੇ ਵੇਖ ਰਹੇ ਆ ਨਵੇਂ ਜੰਮੇ, ਔਰ ਜਿਹੜੇ 4-5 ਕਿਲੋਮੀਟਰ ਦੀ ਵਿੱਥ ਤੇ ਬੈਠੇ ਹੋਏ ਕਿਸਾਨ ਆ ਉਸ ਨੂੰ ਉਹ ਨਹੀਂ ਦੇਖ ਰਹੇ। ਲਾਹਨਤ ਹੈ ਇਹੋ ਜਿਹੀ ਸਰਕਾਰ ਦੇ ਉੱਤੇ। ਅਸੀਂ ਇਸ ਸਰਕਾਰ ਦੇ ਬਿਲਕੁਲ ਬਰਖਲਾਫ ਹਾਂ। BJP ਮੋਦੀ ਜਿਹੜੀ ਆ ਮੁਰਦਾਬਾਦ ਆ। ਅਸੀਂ ਇਹਦੇ ਬਿਲਕੁਲ ਬਰਖਲਾਫ ਹਾਂ ਤੇ ਹੋਰ ਸਾਰੇ ਜਾਣੇ ਅਸੀਂ ਫੁੱਲ ਸਪੋਰਟ ਕਰਦੇ ਆ। ਮਿਲਾਨ ਤੋਂ ਅਸੀਂ ਫੁੱਲ ਸਪੋਰਟ ਦੇ ਵਿੱਚ ਆ ਕਿਸਾਨ ਫਾਰਮਰ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ ਇੱਥੇ ਰੱਖ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। देखो जी अंकल जी पुलिस भाई पुट्ठा करके मारेंगे। आ जाओ ਵੀਰੇ। थोड़ा नीचे रखेंगे तो ऊपर ना करो। कोई गल नहीं मुंह साफ करके दोबारा मार दिया। मोदी कुत्ता, मोदी कुत्ता, मोदी कुत्ता, मोदी कुत्ता।
ਭਾਜੀ ਥੋੜਾ ਜਿਹਾ ਘੇਰਾ ਖੁੱਲਾ ਕਰ ਲਓ। जट्टां ने समान बोलिया वो 3-4 घंटिया की वाट आ तेरा दिल्ली बनाना शमशान बोलिया वो प्यार नाल तू मन्निया नहीं हुण आखिया बना के लेना है वो बहुत चला लिया देश तू तेरा चाह वाला कारोबार दोबारा खोलना पैना है तेरा चाह वाला कारोबार दोबारा खोलना पैना है। किसान एकता किसान एकता किसान एकता साडा हक साडा हक साडा हक मोदी मर गया कर गया तक पहुंच गई है। UN दे ਜਿਹੜੇ ਮੈਂਬਰ ਨੇ ਉਹ ਬਿਆਨ ਦੇਣ ਦੇ ਨੇ ਵੀ ਮੋਦੀ ਲੋਕਤੰਤਰ ਦੇ ਵਿੱਚ ਧੱਕਾ ਕਰਨ ਡਿਆ ਹੈ। ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਿੰਨੀ ਵੀ ਆਪਣੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਉਸ ਦਾ ਅਸੀਂ ਵੀ ਅੱਜ ਹਿੱਸਾ ਆ ਤਾਂ ਹੀ ਅੱਜ ਅਸੀਂ ਇਟਲੀ ਦੇ ਵਿੱਚ ਜਿਹੜੀ ਇੰਡੀਅਨ ਐਮਬੈਸੀ ਆ ਉਹਦੇ ਸਾਹਮਣੇ ਖਲੋਤੇ ਆ ਤੇ ਉਹਨੂੰ ਕਹਿ ਰਹੇ ਆ ਵੀ ਮੋਦੀ ਸਾਡੇ ਪਿਓਾਂ ਦਾਦਿਆਂ ਦੇ ਨਾਲ ਧੱਕਾ ਕਰਦਾ ਹੁੰਦਿਆ ਵਾ ਅਸੀਂ ਇਹ ਧੱਕਾ ਨਹੀਂ ਹੋਣ ਦੇਣਾ। ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੇ ਮੇਰੇ ਸਾਰੇ ਵੀਰਾਂ ਦੇ ਚਰਨ ਵੀਰ ਜੀ ਆ ਸਮਾਂ ਆਪਣੇ ਵਿੱਚ ਜਿਹੜੇ ਮਤਭੇਦ ਆ ਉਹਨਾਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ। ਅੱਗੇ ਵੀ ਮੈਂ ਤੁਹਾਨੂੰ ਦੱਸ ਚੁੱਕਾ ਆ ਵੀ RSS ਨੇ ਆਪਣਾ ਏਜੰਡਾ ਲਾਗੂ ਕਰਨ ਵਾਸਤੇ 75 ਸਾਲ ਲਾਏ ਆ ਤੇ ਜਿਹੜੀ ਮੂਵਮੈਂਟ ਅਸੀਂ ਕ੍ਰੀਏਟ ਕਰ ਚੁੱਕੇ ਆ ਅਸੀਂ 75 ਘੰਟਿਆਂ ਦੇ ਵਿੱਚ ਜੇ ਇਹ ਕੰਮ ਵਿਖਾ ਦਈਏ ਜੇ ਸਟੇਜ ਦੇ ਉੱਤੇ ਸਾਡੀ ਮੂਵਮੈਂਟ ਪਹੁੰਚ ਚੁੱਕੀ ਆ ਤੇ 75 ਘੰਟਿਆਂ ਦੇ ਵਿੱਚ ਇਹ ਮਸਲਾ ਹੱਲ ਹੋ ਸਕਦਾ। ਇੱਕ ਹਿਸਾਬ ਨਾਲ ਮੋਦੀ ਨੇ ਵੀ ਦੁਨੀਆ ਜਿੱਤੀ ਆ ਉਸ ਨੇ ਦੂਸਰੀ ਵਾਰ ਆਪਣੀ ਸਰਕਾਰ ਰਿਪੀਟ ਕੀਤੀ ਆ। ਮੋਦੀ ਦੇ ਧੌਣ 'ਚ ਕਿੱਲਾ ਆ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਪਰ ਉਹ ਇਹ ਗੱਲ ਭੁੱਲ ਗਿਆ ਪੰਜਾਬ ਨੇ ਅੱਜ ਤੱਕ ਜਿਹਦੀ ਧੌਣ 'ਚ ਕਿੱਲਾ ਫਸਿਆ ਵਾ ਉਹ ਕੱਢਿਆ ਹੀ ਆ ਕਦੀ ਆਪਣੀ ਧੌਣ 'ਚੋਂ ਕਿੱਲਾ ਨਿਕਲ ਨਹੀਂ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਸ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੁਸਤਾਨ ਦੀ ਰਾਖੀ ਲਈ ਆਪਣਾ ਸੀਸ ਧਰਮ ਦੇ ਲਈ ਵਾਰਿਆ ਸੀ ਉਸ ਦਿਨ ਵੀ ਸਾਡੇ ਪਿਓ ਦਾਦਿਆਂ ਨੇ ਇਹ ਜੁਰਤ ਵਿਖਾਈ ਸੀ ਤੇ ਜ਼ੁਲਮ ਨੂੰ ਠੰਡ ਪਾਈ ਸੀ ਤੇ ਉਸ ਤੋਂ ਬਾਅਦ ਇੱਕ ਨਵੀਂ ਸਿਰ ਲੱਥ ਕੌਮ ਨੇ ਜਨਮ ਲਿਆ ਸੀਗਾ ਉਹ ਸੀਗੀ ਸਿੱਖ ਕੌਮ ਜਿਹਨੂੰ 1499 1699 ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਜਿਆ ਸੀ। ਉਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲਾਂ ਕੌਮ ਸਾਜੀ ਉਸ ਤੋਂ ਬਾਅਦ ਸਿੰਘ ਸਾਜੇ ਤੇ ਸਿੰਘਾਂ ਨੂੰ ਸਾਜ ਕੇ ਆਪ ਉਹਨਾਂ ਕੋਲੋਂ ਸਿੰਘ ਬਣੇ ਤੇ ਅਸੀਂ ਉਸ ਗੁਰੂ ਦੇ ਵਾਰਸ ਆ। ਅੱਜ ਸਮਾਂ ਇਕੱਠੇ ਹੋਣ ਦਾ ਤੇ ਮੋਦੀ ਨੂੰ ਮੂਧਾ ਪਾਉਣ ਦਾ ਮੈਂ 2-4 ਨਾਰੇ ਛੱਡੂਗਾ ਉਸ ਤੋਂ ਬਾਅਦ ਜਿੰਨੇ ਮੇਰੇ ਵੀਰ ਆ ਪੂਰੇ ਜੋਸ਼ ਦੇ ਨਾਲ ਪੂਰੇ ਹੋਸ਼ ਦੇ ਨਾਲ ਜਕਾਰੇ ਦੇਣਗੇ ਜਿੰਦਾਬਾਦ ਦੇ ਨਾਰੇ ਲਾਉਣਗੇ ਤਾਂ ਕਿ ਜਿਹੜਾ ਇਹ ਐਮਬੈਸੀ ਦੇ ਅੰਦਰ ਮੋਦੀ ਦਾ ਏਜੰਟ ਬੈਠਾ ਆ ਉਹਦੇ ਤੱਕ ਸਾਡੇ ਜਿਹੜਾ ਪ੍ਰੋਟੈਸਟ ਆ ਉਹਦੀ ਆਵਾਜ਼ ਪਹੁੰਚ ਸਕੇ।
किसान मजदूर एकता जिंदाबाद, किसान मजदूर एकता जिंदाबाद, दुक्की टिक्की चक देंगे, मुर्दाबाद मोदी सरकार, मुर्दाबाद मोदी सरकार, किसान मजदूर एकता जिंदाबाद, किसान मजदूर एकता जिंदाबाद। वाहिगुरू जी का खालसा वाहिगुरू जी की फतेह। सो साडे मोदी साहब नूं पंजाबी च सानूं महीना 2 महीने हो गए रौला पाउंदे कोई समझ नहीं लगी हैगी। सो मैं हिंदी च उन्हां नूं अपना मैसेज देना चाहुंदा ते जिहड़े सारे मेरे भरा सपोर्ट नहीं कर रहे किसानां नूं, उन्हां नूं अगर रहा ना किसान तो क्या खाएगा भाईजान, इसमें तेरा ही है नुकसान, खाने का दाम चढ़ जाएगा आसमान, इसमें तेरा ही है नुकसान, ना रहेगा पैसा ना रहेगा काम, भूखा मर जाएगा आम इंसान, फिर तो पछताएगा कि सही कह रहा था भारतीय किसान। याद रखना मोदी जी अपनी तरक्की के लिए बलि तो नहीं चढ़ा रहा आम इंसान। बस इन्हें कहना चाहांगे ते सपोर्ट किसान। Buongiorno a tutti, oggi stiamo protestando contro le 3 leggi che il governo indiano ha approvato senza il consenso dell'Unione degli Agricoltori. Queste leggi favoriscono le grandi corporazioni mettendo al ginocchio gli agricoltori. Praticamente queste 3 leggi, prima di tutto cos'è che succede? Viene eliminato il minimo prezzo garantito con cui un agricoltore aveva un minimo profitto con cui poteva andare avanti la sua vita. Questo, prima la legge è questa. La seconda sarebbe che non ci sarà più il sistema dei mandi, che sarebbe il mercato con cui un agricoltore vendeva il suo grano e il suo raccolto al governo. Questo qua c'erano degli intermediari che aiutavano gli agricoltori a vendere il loro raccolto ed avere un profitto. Questo sistema viene eliminato e ci saranno, per farla in breve, ci sarà come Amazon che sta facendo adesso in questo momento con le medie e piccole imprese, con cui mette a ginocchio tutto avendo un monopolio. Questo qua obbliga gli agricoltori con la terza legge a vendere in leasing le loro terre, che sarebbero l'unica fonte di guadagno per loro. Infine, se voi ci pensate, se loro non hanno niente, un loro profitto, siccome avendo l'unica fonte di guadagno le loro terre, il loro raccolto, sarebbe un omicidio per loro e il governo lo sta facendo. Ok, queste qua erano le 3 leggi. Ora vi parlo, siamo contadini non terroristi. Vogliamo che voi sappiate almeno di quello che sta succedendo, della più grande protesta mondiale, una rivoluzione che sta accadendo a New Delhi in India, con 250 milioni di protestanti pacifici, con una protesta pacifica, però che viene dimostrata al media come se fosse un atto di terrorismo. Okay? Il governo si sta muovendo con azioni violente contro con i pacifici che ci sono a New Delhi, bastonando la gente che c'è, buttando le cisterne d'acqua con il freddo che c'è in questo momento, e vediamo adesso cos'è che potrebbe accadere. La cosa più brutta è che il media indiano non sta mostrando quello che accade e questo qua non permette a noi di diffondere la nostra voce. Ringrazio i media che stanno diffondendo la nostra voce e auguro che vada tutto bene. Grazie. हाँ जी, सत श्री अकाल जी, श्री वाहिगुरू खालसा श्री वाहिगुरू जी फतेह। मैं अपने दोस्तों के नाल, मित्रों के नाल, सज्जनों के नाल मोंतीकेरी बरेशिया तो ये लोनातो तो कोई फ्रेंड आ, कोई लेनो तो ना कोई कितों ने, सारे इकट्ठे असी आए हैं। साढ़े आने का एक ही मकसद इत्थे आ, साढ़े सारे भरावां दा की मकसद आ, असी किसानां दी हिमायत विच आए हैं, मजदूरों की हिमायत विच आए हैं। असी किसानां नूं प्रमोट करना, असी मजदूरों नूं प्रमोट करना। साढ़े देश में जो धक्का किसानां नाल हुंदा जां मजदूरों दे नाल हुंदा, असी उन्हां दे नाल खड़े हाँ। साडा कोई होर मकसद नहीं इत्थे आउण दा। असी खालिस्तान नूं प्रमोट नहीं करते, असी कोई उग्रवादी संगठन नूं प्रमोट नहीं करते, असी किसी आतंकवादी नूं प्रमोट नहीं, जस्ट असी भरा सारे खड़े हैं, जिन्ने भी खड़े हैं किसी नूं पुछ लो, ये सारे किसान है, ये मजदूर आ। असी मजदूर, ये भी मजदूर ने, तो जो हिंदुस्तान इंडिया के भारत में वो भी मजदूर ने। असी मजदूरों के करके इत्थे आए हैं।
ਤੇ ਔਰ ਐਕਸਪੈਕਟ ਵੀ ਇਹੀ ਕਰਦੇ ਹਾਂ ਜਿਨ੍ਹਾਂ ਗੱਲਾਂ ਕਰਕੇ ਸਾਨੂੰ ਇੱਥੇ ਪਰਮਿਸ਼ਨਾਂ ਮਿਲਦੀਆਂ ਜਾਂ ਜਿਨ੍ਹਾਂ ਗੱਲਾਂ ਕਰਕੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਅਸੀਂ ਉਸੇ ਹੀ ਮੁੱਦੇ 'ਤੇ ਗੱਲ ਕਰੀਏ, ਨਾ ਕਿ ਅਸੀਂ ਮੁੱਦੇ ਨੂੰ ਭਟਕ ਕੇ ਆਪਣੇ ਜਿਹੜੇ ਭਰਾ ਸਾਡੇ ਬੈਠੇ ਆ 15-20 ਦਿਨ ਤੋਂ ਬੈਠੇ ਆ ਦਿੱਲੀ ਵਿੱਚ, 2-3 ਮਹੀਨੇ ਤੋਂ ਬੈਠੇ ਐਜੀਟੇਸ਼ਨ ਤੇ ਪੰਜਾਬ 'ਚ, ਉਹਨਾਂ ਅਸੀਂ ਮੁੱਦਾ ਖਰਾਬ ਨਾ ਕਰੀਏ। ਅਸੀਂ ਸਿਰਫ ਕਿਸਾਨਾਂ ਦੀ ਹੀ ਗੱਲ ਕਰੀਏ, ਜਸਟ ਕਿਸਾਨਾਂ ਦੀ ਗੱਲ ਕਰੀਏ, ਕਿਉਂਕਿ ਕਿਸਾਨਾਂ ਨੇ ਆਪਣਾ ਆਪ ਵੇਚ ਕੇ ਆਏ ਹੋਏ ਆ। ਕਿਸੇ ਦੀ ਧੀ ਦਾ ਵਿਆਹ, ਕਿਸੇ ਦੇ ਕੁਛ ਪ੍ਰੋਬਲਮ ਆ, ਕਿਸੇ ਦੀ ਮਾਂ ਬਿਮਾਰ ਆ, ਕਿਸੇ ਦੀ ਭੈਣ ਬਿਮਾਰ ਆ, ਉਹ ਆਪਣੇ ਲੋਕਾਂ ਨੇ ਇਹੋ ਜਿਹੇ ਲੋਕ ਮੈਂ ਦੇਖੇ ਨੇ ਉੱਥੇ ਗੱਲਾਂ ਕਰਦੇ, ਅੱਜ ਕੁੜੀ ਦਾ ਵਿਆਹ 2-2 ਸਾਲ ਉਹਨਾਂ ਨੇ ਲੇਟ ਕਰ ਦਿੱਤੇ ਇਸ ਗੱਲ ਕਰਕੇ। ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਬਟ ਅਸੀਂ ਜੇ ਇਸ ਐਜੀਟੇਸ਼ਨ ਤੋਂ ਭਟਕਾਂਗੇ ਤਾਂ ਅਸੀਂ ਇੱਕ ਰੋਂਗ ਮੈਸੇਜ ਦਿਆਂਗੇ ਸਾਰੀ ਜਨਰੇਸ਼ਨ ਨੂੰ। ਇਹ ਰੋਂਗ ਮੈਸੇਜ ਨਹੀਂ ਦੇਣਾ। ਅਸੀਂ ਜਿਹੜੇ ਕੰਮ ਲਈ ਮੇਰੇ ਭਰਾ ਆਏ ਆ ਉਹ ਗੱਲ ਕਰੀਏ, ਉਸ ਮੁੱਦੇ ਦੀ ਗੱਲ ਕਰੀਏ। ਬਸ ਮੈਂ ਇਹੀ ਕਹਿਣਾ ਚਾਹੁੰਦਾ, ਜਸਟ ਜਿੰਨੇ ਵੀ ਮੇਰੇ ਵੀਰ, ਮੈਂ ਕਿਸੇ ਨਾਲ ਮੇਰਾ ਕੋਈ ਮੇਰਾ ਦਿਲੋਂ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਕਿਸੇ ਨਾਲ ਮੈਨੂੰ ਕੋਈ ਇੱਦਾਂ ਇਹੋ ਜਿਹੀ ਗੱਲ ਨਹੀਂ, ਮੈਂ ਕਿਸੇ ਦੇ ਅਗੇਂਸਟ ਦੀ ਗੱਲ ਕਰਦਾ, ਮੈਂ ਜਸਟ ਇੰਨੀ ਹੀ ਗੱਲ ਕਰਦਾ। ਮੈਂ ਵਿਦ ਡਿਊ ਰਿਸਪੈਕਟ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਵੀ ਗੱਲ ਕਰਨੀ ਤੁਸੀਂ ਕਿਸਾਨ ਮੁੱਦੇ 'ਤੇ ਗੱਲ ਕਰੋ, ਕਿਸਾਨ ਮੁੱਦੇ 'ਤੇ ਹੀ ਗੱਲ ਕਰੋ, ਦੂਜੀ ਗੱਲ ਨਾ ਕਰੋ। ਕਿਉਂਕਿ ਜਦੋਂ ਤੁਸੀਂ ਦੂਸਰੇ ਮੁੱਦੇ 'ਤੇ ਗੱਲ ਕਰਨੀ ਆ ਉਹਦੇ ਐਜੀਟੇਸ਼ਨ ਹੋਰ ਲੱਗਣਗੇ। ਅਸੀਂ ਉਸ ਟਾਈਮ ਵੀ ਖੜੇ ਹੋਵਾਂਗੇ ਜੇਕਰ ਸਾਨੂੰ ਲੱਗੂਗਾ ਵੀ ਐਜੀਟੇਸ਼ਨ ਸਹੀ ਆ। ਆ ਸਾਰੇ ਭਰਾ ਇੱਕ ਨਹੀਂ, ਅਸੀਂ ਪਤਾ ਨਹੀਂ ਕਿੰਨੇ ਕੁ ਬੰਦੇ ਇੱਥੋਂ ਆਏ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਕੇ ਆਏ ਆ। ਇਹਦੇ ਵਿੱਚ ਕੋਈ ਹਿੰਦੂ ਆ, ਕੋਈ ਮੁਸਲਮਾਨ ਆ, ਕੋਈ ਸਿੱਖ ਆ। ਮੈਂ ਗੱਲ ਕਰ ਰਿਹਾ ਪੰਜਾਬੀ 'ਚ ਗੱਲ ਕਰ ਰਹੇ ਹਾਂ, ਬਟ ਮੇਰਾ ਬੈਟਰ ਸੀ ਮੈਂ ਇਹਨੂੰ ਹਿੰਦੀ 'ਚ ਗੱਲ ਕਰਦਾ ਜਾਂ ਇੰਗਲਿਸ਼ ਵਿੱਚ ਗੱਲ ਕਰਦਾ ਜਾਂ ਇਟਾਲੀਅਨ 'ਚ ਗੱਲ ਕਰਦਾ, ਇਟਾਲੀਅਨ 'ਚ ਗੱਲ ਕਰਦਾ ਤਾਂ ਸਾਰੇ ਇਟਾਲੀਅਨ ਨੂੰ ਪਤਾ ਲੱਗਦਾ। ਬਟ ਠੀਕ ਹੈ, ਹੁਣ ਸਾਡੇ ਪੰਜਾਬੀ ਭਰਾਵਾਂ ਦਾ ਇੱਕ ਐਜੀਟੇਸ਼ਨ ਆ, ਮੈਂ ਪੰਜਾਬੀ 'ਚ ਗੱਲ ਕੀਤੀ ਆ। ਇਸ ਕਰਕੇ ਮੇਰੇ ਭਰਾ ਨੂੰ, ਜੇ ਕਿਸੇ ਮੇਰੇ ਵੀਰ ਨੂੰ ਮੇਰੀ ਗੱਲ ਦੀ ਗਲਤ ਲੱਗੀ ਆ ਮੇਰੀ ਕੋਈ ਵੀ ਗੱਲਬਾਤ, ਉਹ ਮੇਰੇ ਨਾਲ ਕਿਤੇ ਵੀ ਬਹਿ ਕੇ ਗੱਲ ਕਰ ਸਕਦਾ, ਮੈਂ ਉਹਦੇ ਲਈ ਤਿਆਰ ਹਾਂ। ਤੇ ਮੈਂ ਸੌਰੀ ਮੰਗਦਾ, ਮਾਫੀ ਮੰਗਦਾ ਜੇ ਮੇਰੇ ਤੋਂ ਕੋਈ ਵੀ ਗਲਤੀ ਹੋਈ ਤਾਂ ਮੇਰੇ ਭਰਾ ਮੈਨੂੰ ਕੋਈ ਵੀ ਕਹਿ ਸਕਦਾ ਮੈਂ ਇੱਥੇ ਗਲਤ ਹਾਂ, ਠੀਕ ਆ। ਜੇ ਮੈਂ ਸਹੀ ਹਾਂ ਤਾਂ ਸਾਰੇ ਮੈਨੂੰ ਕੋਈ ਵੀ ਐਪਰੀਸ਼ੀਏਟ ਕਰ ਸਕਦਾ। ਮੈਂ ਥੈਂਕ ਯੂ ਕਰਦਾ ਸਾਰਿਆਂ ਦਾ। ਬਹੁਤ ਵੱਡੀ ਗੱਲ ਆ, ਤੁਸੀਂ ਐਡਾ ਵੱਡਾ ਇਕੱਠ ਕੀਤਾ। ਇਕੱਠ ਤਾਂ ਹੀ ਹੁੰਦਾ, ਇੱਕ ਬੰਦੇ ਦੀ ਕੋਈ ਪਰਮਿਸ਼ਨ ਲੈਣ ਨਾਲ ਇਕੱਠ ਨਹੀਂ ਹੁੰਦਾ, ਜਾਂ 2 ਬੰਦੇ ਦੀ ਪਰਮਿਸ਼ਨ। ਇਕੱਠ ਤਾਂ ਹੁੰਦਾ ਜੇਕਰ ਉਸ ਸਾਰੇ ਹੀ ਬੰਦੇ, ਸਾਰੇ ਹੀ ਜਿੰਨੇ ਵੀ ਰਹਿਣ ਵਾਲੇ ਇੱਥੇ ਲੋਕ ਆ ਇਕੱਠੇ ਹੁੰਦੇ ਆ, ਅਸੀਂ ਇੱਕ ਮੁੱਦੇ 'ਤੇ ਖੜੇ ਹੁੰਦੇ ਆ, ਇੱਕ ਮੁੱਦੇ ਦੀ ਹੀ ਗੱਲ ਕਰਨੀ ਸਾਰੇ ਭਰਾਵਾਂ ਨੇ। ਥੈਂਕ ਯੂ ਸਾਰੇ ਮੇਰੇ ਭਰਾ ਵੀਰਾਂ ਦਾ, ਔਰ ਥੈਂਕ ਯੂ ਸਾਰੇ ਵੀਰਾਂ ਜਿਹੜੇ ਇੱਥੇ ਆਏ ਆਪਣੇ ਕੰਮ ਕਾਰ ਛੱਡ ਕੇ ਛੁੱਟੀਆਂ ਕਰਕੇ ਆਏ ਆ। ਅੱਧੇ ਘੰਟੇ ਦੀ ਛੁੱਟੀ ਨਹੀਂ ਕਿਹਨੂੰ ਮਿਲਦੀ, ਆਪਣੇ ਲੱਗ ਸਾਰੇ ਆਪਣਾ ਟਾਈਮ ਬਰਬਾਦ ਕਰਕੇ ਛੱਡ ਕਰਕੇ, ਬਰਬਾਦ ਵੀ ਨਹੀਂ ਮੈਂ ਕਹਿ ਸਕਦਾ, ਇਹ ਬਰਬਾਦ ਟਾਈਮ ਨਹੀਂ ਗਾ, ਇਹ ਸਾਡੇ ਭਰਾਵਾਂ ਦੇ ਲਈ ਟਾਈਮ ਉਹਨਾਂ ਦੇ ਲੇਖੇ ਲੱਗਿਆ, ਠੀਕ ਹੈ ਨਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੈ ਜਵਾਨ ਜੈ ਕਿਸਾਨ, ਜੈ ਜਵਾਨ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਲੋ ਥੈਂਕ ਯੂ ਸਾਰਿਆਂ ਨੂੰ ਜੀ। ਅਸੀਂ ਹੱਕ ਦੀ ਲੜਾਈ ਹੱਕ ਨਾਲ ਲੜਾਂਗੇ, ਅਸੀਂ ਜਿੱਤਾਂਗੇ ਤੇ ਤੇਗ ਤੇ ਹੱਥੇ ਪੜਾਂਗੇ। ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ, ਇਤਿਹਾਸ ਦੇ ਉੱਤੇ ਸਾਨੂੰ ਮਾਣ ਵਰੀ ਰਾਏ ਇਤਿਹਾਸ ਦੇ ਉੱਤੇ। ਬਾਕੀ ਦੁੱਧ ਪਾਣੀ ਜੰਗ ਦਾ ਮੈਦਾਨ ਕਰੂਗਾ, ਤੈਨੂੰ ਦਿੱਲੀ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਫਸਲਾਂ ਦੇ ਫੈਸਲੇ ਕਿਸਾਨ ਕਰੂਗਾ।